ਇਸੇ ਤਰ੍ਹਾਂ ਜਿੰਨਾ ਚਿਰ ਸਾਡਾ ਮਨ ਭੁੱਖਾ ਹੈ ਓਨਾ ਚਿਰ ਇਹ ਵੀ ਨਹੀਂ ਟਿਕ ਸਕਦਾ। ਭੋਜਨ ਤੇ ਭਜਨ ਇਹ ਦੋ ਚੀਜ਼ਾਂ ਨੇ। ਭੋਜਨ ਤਨ ਦੀ ਖੁਰਾਕ ਹੈ ਤੇ ਭਜਨ ਮਨ ਦੀ ਖੁਰਾਕ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭੋਜਨ ਦੇ ਨਾਲ ਸਰੀਰ ਨੂੰ ਤ੍ਰਿਪਤੀ ਮਿਲ ਜਾਂਦੀ ਹੈ ਤੇ ਭਜਨ ਦੇ ਨਾਲ ਇਹ ਮਨ ਤ੍ਰਿਪਤ ਹੋ ਜਾਂਦਾ ਹੈ, ਮਨ ਰੱਜ ਜਾਂਦਾ ਹੈ। ਸੁਖ ਵਿਸਰਾਮ ਪਾਇਆ ਗੁਣ ਗਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਵਾਹਿਗੁਰੂ ਦੇ ਗੁਣ ਗਾ ਕੇ ਸੁਖ ਦਾ ਵਿਸਰਾਮ, ਸੁਖ ਦਾ ਟਿਕਾਣਾ ਪ੍ਰਾਪਤ ਕਰ ਲਿਆ ਹੈ। ਸ਼ਰਮ ਮਿਟਿਆ ਮੇਰੀ ਹਤੀ ਬਲਾਏ। ਗੁਰੂ ਦੀ ਕਿਰਪਾ ਦੇ ਨਾਲ ਸ਼ਰਮ ਮਿਟਿਆ। ਜਿਹੜੀ ਮੇਰੀ ਮਿਹਨਤ ਮੁਸ਼ੱਕਤ ਸੀ ਉਹ ਵੀ ਖਤਮ ਹੋ ਗਈ, ਸਾਡੀ ਥਕਾਵਟ ਵੀ ਦੂਰ ਹੋ ਗਈ ਤੇ ਮੇਰੀ ਹਤੀ ਬੁਲਾਏ ਗੁਰੂ ਨੇ ਕਿਰਪਾ ਕੀਤੀ। ਜਿਹੜੀ ਸਾਡੀ ਬਲਾ ਸੀ, ਭਾਵ ਕੋਈ ਭੁੱਖ ਦੁੱਖ ਦੀ ਪੀੜਾ ਸੀ ਜਾਂ ਕੋਈ ਈਰਖਾ ਦਵੈਸ਼ ਦੀ ਬਲਾ ਸੀ, ਇਹ ਵੀ ਨਾਸ ਹੋ ਗਈ ਹੈ। ਇਹਦਾ ਮਤਲਬ ਇਹ ਹੈ ਜਦੋਂ ਅਸੀਂ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਤੇ ਪ੍ਰਭੂ ਦਾ ਸਿਮਰਨ ਕਰਦੇ ਹਾਂ, ਇਹਦੇ ਨਾਲ ਸਾਨੂੰ ਸੁਖ ਦਾ ਵਿਸਰਾਮ ਪ੍ਰਾਪਤ ਹੋ ਜਾਂਦਾ ਹੈ, ਸੁਖ ਦਾ ਟਿਕਾਣਾ ਲੱਭ ਜਾਂਦਾ ਹੈ, ਜਿੱਥੇ ਜਾਣ ਦੇ ਨਾਲ ਸਾਰੀ ਮਿਹਨਤ ਮੁਸ਼ੱਕਤ ਵੀ ਭੁੱਲ ਜਾਂਦੀ ਹੈ ਤੇ ਸਾਡੀ ਸਦਾ ਲਈ ਜਿਹੜੀ ਆਪਦਾ ਹੈ, ਵਿਪਤਾ ਦੀ ਬਲਾ ਹੈ, ਉਹ ਵੀ ਕੱਟੀ ਜਾਂਦੀ ਹੈ। ਰਹਾਉ ਚਰਨ ਕਮਲ ਆਰਾਧ ਭਗਵੰਤਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਨੂੰ ਆਰਾਧਿਆ ਹੈ। ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਨਾਲ ਹੀ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਜਿਸ ਦਾ ਸਦਕਾ ਸਾਡੀ ਤੇ ਸਾਰੀ ਚਿੰਤਾ ਮਿਟ ਗਈ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਨੇ, ਚਿੰਤਤ ਹੀ ਦਿਸੈ ਸਭ ਕੋਏ, ਚੇਤਹਿ ਏਕ ਤਹੀਂ ਸੁਖ ਹੋਏ। ਹਰ ਆਦਮੀ ਕਿਸੇ ਨਾ ਕਿਸੇ ਚਿੰਤਾ ਵਿੱਚ ਗ੍ਰਸਿਆ ਹੋਇਆ, ਪਰ ਸਤਿਗੁਰੂ ਕਹਿੰਦੇ ਨੇ ਜੇ ਚਿੰਤਾ ਤੋਂ ਮੁਕਤ ਹੋਣਾ ਹੈ ਤੇ ਵਾਹਿਗੁਰੂ ਦੇ ਚਿੰਤਨ ਵਿੱਚ ਲੱਗ ਜਾਓ। ਜਿਹੜਾ ਵਾਹਿਗੁਰੂ ਦਾ ਚਿੰਤਨ ਹੈ ਉਹ ਚਿੰਤਾ ਤੋਂ ਨਿਜਾਤ ਦਵਾ ਦਿੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਵਾਹਿਗੁਰੂ ਦੇ ਸਿਮਰਨ ਦੇ ਨਾਲ ਹੀ ਮੇਰੀ ਸਾਰੀ ਚਿੰਤਾ ਮਿਟ ਗਈ ਹੈ। ਸਭ ਤਜ ਅਨਾਥ ਏਕ ਸਰਣ ਆਇਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਇੱਕ ਅਨਾਥ ਸਾਂ, ਯਤੀਮ ਸਾਂ, ਬੇਸਹਾਰਾ ਸਾਂ। ਸਾਰੀਆਂ ਟੇਕਾਂ ਛੱਡ ਕੇ, ਸਭ ਦੁਨੀਆ ਦੇ ਆਸਰੇ ਛੱਡ ਕੇ ਇੱਕ ਵਾਹਿਗੁਰੂ ਦੀ ਸ਼ਰਨ ਵਿੱਚ ਆਇਆ ਹਾਂ। ਊਚ ਅਸਥਾਨ ਤਬ ਸਹਿਜੇ ਪਾਇਓ। ਜਦੋਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਏ ਤੇ ਫਿਰ ਬਹੁਤ ਉੱਚਾ ਸਥਾਨ ਸੁਤੇ ਸਿੱਧੀ ਅਸਾਂ ਪ੍ਰਾਪਤ ਕਰ ਲਿਆ ਹੈ। ਇਹਦਾ ਮਤਲਬ ਇਹ ਹੈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਸੰਤ ਭਗਤ ਨੇ, ਉਹਨਾਂ ਦਾ ਸਭ ਤੋਂ ਉੱਚਾ ਅਸਥਾਨ ਹੈ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਬੜੇ ਬੜੇ ਦੁਨੀਆ ਵਿੱਚ ਵਿਦਵਾਨ ਹੁੰਦੇ ਨੇ, ਬੜੇ ਬੜੇ ਧਨਵਾਨ ਵੀ ਹੁੰਦੇ ਨੇ, ਸੂਰਮੇ ਵੀ ਹੁੰਦੇ ਨੇ, ਰਾਜੇ ਮਹਾਰਾਜੇ ਵੀ ਹੁੰਦੇ ਨੇ। ਆਖਰ ਲੋਕ ਉਹਨਾਂ ਨੂੰ ਭੁੱਲ ਜਾਂਦੇ ਹਨ, ਪਰ ਜਿਹੜੇ ਵਾਹਿਗੁਰੂ ਦੇ ਭਗਤ ਨੇ ਉਹਨਾਂ ਨੂੰ ਹਰ ਵੇਲੇ ਦੁਨੀਆ ਯਾਦ ਕਰਦੀ ਹੈ, ਉਹਨਾਂ ਦੇ ਚਰਨਾਂ ਤੇ ਨਮਸਕਾਰ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਹੋਰ ਸਭ ਕੁਝ ਛੱਡ ਕੇ ਇੱਕ ਵਾਹਿਗੁਰੂ ਦੀ ਸ਼ਰਨ ਵਿੱਚ ਆਏ ਤੇ ਫਿਰ ਬਹੁਤ ਉੱਚਾ ਸਥਾਨ ਵਾਹਿਗੁਰੂ ਦੇ ਪੁੱਤਰ ਹੋਣ ਦਾ ਅਸੀਂ ਸੁਤੇ ਸਿੱਧ ਹੀ ਪ੍ਰਾਪਤ ਕਰ ਲਿਆ ਹੈ। ਅਥਵਾ ਉੱਚ ਅਸਥਾਨ ਦਾ ਅਰਥ ਹੈ ਸਾਨੂੰ ਉਸ ਵਾਹਿਗੁਰੂ ਦਾ ਸੱਚਖੰਡ ਦਰਬਾਰ, ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਉਹ ਵੀ ਸਾਨੂੰ ਪ੍ਰਾਪਤ ਹੋ ਗਿਆ। ਦੁੱਖ ਦਰਦ ਭਰਮ ਭਉ ਨਸਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਦੁੱਖ ਵੀ ਤੇ ਦਰਦ ਵੀ ਤੇ ਭਾਰੋਂ ਵੀ ਤੇ ਡਰ ਵੀ ਨਾਸ ਹੋ ਗਿਆ। ਕਿਵੇਂ ਨਾਸ ਹੋਇਆ ਅੱਗੇ ਫਰਮਾਉਂਦੇ ਹਨ, ਕਰਨ ਹਾਰ ਨਾਨਕ ਮਨ ਬਸਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਕਰਨਹਾਰ, ਸਾਰੇ ਜੀਵਾਂ ਨੂੰ, ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਜੋ ਅਕਾਲ ਪੁਰਖ ਹੈ ਉਹ ਆ ਕੇ ਸਾਡੇ ਮਨ ਵਿੱਚ ਵਸ ਗਿਆ। ਉਹਦੇ ਮਨ ਵਿੱਚ ਵਸ ਜਾਣ ਦੇ ਨਾਲ ਹੀ ਦੁੱਖ ਦਰਦ ਭਰਮ ਡਰ ਨਾਸ ਹੋ ਜਾਂਦੇ ਨੇ, ਕਿਉਂਕਿ ਇਹਨਾਂ ਦਾ ਸੰਬੰਧ ਹਨੇਰੇ ਨਾਲ ਹੈ। ਜਦੋਂ ਆਦਮੀ ਹਨੇਰੇ ਵਿੱਚ ਹੁੰਦਾ ਹੈ ਉਸ ਵੇਲੇ ਉਹਨੂੰ ਭਰਮ ਵੀ ਪੈਂਦਾ ਹੈ, ਉਹਨੂੰ ਦੁੱਖ ਵੀ ਹੁੰਦਾ ਹੈ ਤੇ ਪੀੜਾ ਵੀ ਮਹਿਸੂਸ ਹੁੰਦੀ ਹੈ ਤੇ ਡਰ ਵੀ ਲੱਗਦਾ ਹੈ। ਤੇ ਜਦੋਂ ਸੂਰਜ ਚੜ੍ਹ ਜਾਵੇ, ਰੋਸ਼ਨੀ ਹੋ ਜਾਵੇ ਤੇ ਉਹ ਸਭ ਕੁਝ ਨਾਸ ਹੋ ਜਾਂਦਾ ਹੈ। ਇਉਂ ਜਦੋਂ ਵਾਹਿਗੁਰੂ ਪਰਮੇਸ਼ਰ ਆ ਗਿਆ ਤਾਂ ਹਜ਼ੂਰ ਕਹਿੰਦੇ ਸਭ ਦੁੱਖ ਦਰਦ ਭਰਮ ਡਰ ਨਾਸ ਹੋ ਗਿਆ। ਗੌੜੀ ਮਹੱਲਾ ਪੰਜਵਾਂ।
ਕਰ ਕਰ ਟਹਿਲ ਰਸਨਾ ਗੁਣ ਗਾਵੋ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ। ਕਰ ਕਰ ਟਹਿਲ, ਜਿਹੜਾ ਪਹਿਲਾ ਕਰ ਹੈ ਰਾਰਾ ਮੁਕਤਾ ਹੈ, ਦੂਸਰਾ ਕਰ ਰਾਰੇ ਨੂੰ ਸਿਹਾਰੀ ਹੈ। ਪਹਿਲਾ ਜਿਹੜਾ ਕਰ ਸ਼ਬਦ ਹੈ ਉਹ ਹੱਥਾਂ ਦਾ ਵਾਚਕ ਹੈ ਤੇ ਦੂਸਰਾ ਕਿਰਿਆ ਵਾਚਕ ਹੈ। ਕਰ ਕਰ ਟਹਿਲ, ਹਜ਼ੂਰ ਕਹਿੰਦੇ ਭਾਈ ਹੱਥਾਂ ਨਾਲ ਟਹਿਲ ਕਰੋ ਤੇ ਰਸਨਾ ਗੁਣ ਗਾਵੋ, ਤੇ ਆਪਣੀ ਰਸਨਾ ਜ਼ੁਬਾਨ ਦੇ ਨਾਲ ਵਾਹਿਗੁਰੂ ਦੇ ਗੁਣ ਗਾਵੋ। ਇਹ ਸਾਡੇ ਜੀਵਨ ਦੀ ਸਫਲਤਾ ਦਾ ਉਪਦੇਸ਼ ਹੈ। ਸਤਿਗੁਰੂ ਕਹਿੰਦੇ ਨੇ ਵੀ ਇਹਨਾਂ ਹੱਥਾਂ ਦੇ ਨਾਲ ਸੇਵਾ ਕਰੋਗੇ ਤੇ ਹੱਥ ਪਵਿੱਤਰ ਹੋ ਜਾਣਗੇ। ਨਹੀਂ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋ ਨਿਫਲ ਕਰਨੀ। ਬਿਨਾਂ ਸੇਵਾ ਤੋਂ ਹੱਥ ਪੈਰਾਂ ਦੀ ਕਦੇ ਸਫਲਤਾ ਨਹੀਂ ਹੋ ਸਕਦੀ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਪਾਸ ਇੱਕ ਕਿਸੇ ਧਨਾੜ ਪੁਰਸ਼ ਦੇ ਪੁੱਤਰ ਨੇ ਪਾਣੀ ਦਾ ਕਟੋਰਾ ਲਿਆਂਦਾ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਸੋਲ ਹੱਥਾਂ ਵੱਲ ਤਾਕੀ ਆਖਿਆ, ਬਈ ਤੂੰ ਕਦੇ ਸੇਵਾ ਕੀਤੀ? ਉਹ ਕਹਿਣ ਲੱਗਾ, ਨਹੀਂ ਮਹਾਰਾਜ, ਮੈਂ ਤੇ ਕਦੀ ਸੇਵਾ ਨਹੀਂ ਕੀਤੀ। ਅੱਜ ਪਹਿਲੇ ਦਿਨ ਤੁਹਾਨੂੰ ਜਲ ਦਾ ਕਟੋਰਾ ਭਰ ਕੇ ਲੈ ਕੇ ਆਇਆ ਹਾਂ। ਤਾਂ ਉਸੇ ਵੇਲੇ ਸਤਿਗੁਰੂ ਨੇ ਪਾਣੀ ਦਾ ਕਟੋਰਾ ਡੋਲ ਦਿੱਤਾ ਸੀ। ਕਹਿਣ ਲੱਗੇ, ਜਿੰਨਾ ਚਿਰ ਤੱਕ ਕੋਈ ਮਨੁੱਖ ਹੱਥਾਂ ਨਾਲ ਸੇਵਾ ਨਾ ਕਰੇ ਉਹਦੇ ਹੱਥ ਅਪਵਿੱਤਰ ਰਹਿੰਦੇ ਨੇ। ਇਸ ਲਈ ਹੱਥਾਂ ਦੇ ਨਾਲ ਸੇਵਾ ਕਰੋ ਤੇ ਆਪਣੀ ਰਸਨਾ ਦੁਆਰਾ ਵਾਹਿਗੁਰੂ ਦੇ ਗੁਣ ਗਾਓ। ਚਰਨ ਠਾਕੁਰ ਕੈ ਮਾਰਗ ਧਾਵੋ, ਤੇ ਆਪਣੇ ਚਰਨ ਦਾ ਅਰਥ ਹੈ ਪੈਰਾਂ ਦੇ ਨਾਲ ਉਸ ਪ੍ਰਭੂ ਦੇ ਮਾਰਗ ਤੇ ਧਾਵੋ ਦਾ ਅਰਥ ਹੈ ਭਾਈ ਚੱਲਣਾ ਕਰੋ, ਅਥਵਾ ਆਪਣੇ ਪੈਰਾਂ ਦੇ ਨਾਲ ਵੀ ਗੁਰਧਾਮਾਂ ਦੀ ਯਾਤਰਾ ਵੀ ਕਰੋ। ਇਹ ਵੀ ਇੱਕ ਪੈਰਾਂ ਦੀ ਸਫਲਤਾ ਹੈ। ਆਮ ਤੌਰ ਤੇ ਇਹ ਮੰਨਿਆ ਜਾਂਦਾ ਸੀ ਵੀ ਜਿੰਨੇ ਕਦਮ ਆਪਾਂ ਗੁਰੂ ਘਰ ਵੱਲ ਚੱਲ ਕੇ ਆਉਨੇ ਹਾਂ ਵੀ ਓਨਾ ਹੀ ਸਾਨੂੰ ਵਧੇਰੇ ਫਲ ਪ੍ਰਾਪਤ ਹੁੰਦਾ ਹੈ, ਜਿਸ ਦੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਦਿੱਤੀ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਿਹੜਾ ਸਿੱਖ ਇੱਕ ਕਦਮ ਪੁੱਟ ਕੇ ਗੁਰੂ ਵੱਲ ਆਉਂਦਾ ਹੈ ਤੇ ਸਤਿਗੁਰੂ ਕਰੋੜਾਂ ਕਦਮ ਪੱਟ ਕੇ ਉਹਦੇ ਸਵਾਗਤ ਲਈ ਆ ਕੇ ਖੜ੍ਹਦੇ ਨੇ। ਇੰਨਾ ਪਿਆਰ ਇੰਨਾ ਸਤਿਕਾਰ ਗੁਰੂ ਸਿੱਖ ਨੂੰ ਦਿੰਦੇ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹਨਾਂ ਪੈਰਾਂ ਦੇ ਨਾਲ ਉਸ ਠਾਕੁਰ ਮਾਲਕ ਵਾਹਿਗੁਰੂ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ। ਭਲੋ ਸਮੋ ਸਿਮਰਨ ਕੀ ਬਰੀਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਹੁਣ ਬੜਾ ਅੱਛਾ ਸਮਾਂ ਤੁਹਾਨੂੰ ਮਿਲਿਆ ਹੈ। ਇਹ ਮਨੁੱਖੀ ਜੀਵਨ ਕਾਲ ਦਾ ਇਹ ਸਿਮਰਨ ਦੀ ਵਾਰੀ ਹੈ। ਇਹਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਸਿਮਰਤ ਨਾਮ ਭੈ ਪਾਰ ਉਤਰਿਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਮਨੁੱਖ ਸਿਮਰਨ ਕਰਦਾ ਹੈ, ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਭੈ ਪਾਰ ਉਤਰਿਆ। ਉਹ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵੀ ਜਿਹੜਾ ਵਾਹਿਗੁਰੂ ਨਾਮ ਦੇ ਜਹਾਜ਼ ਤੇ ਚੜ੍ਹਦਾ ਹੈ ਤੇ ਨਾਲ ਭਾਈ ਗੁਰੂ ਤੇ ਭਰੋਸਾ ਰੱਖਦਾ ਹੈ ਤੇ ਸਤਿਗੁਰੂ ਮਲਾਹ ਨੇ ਜਿਹੜਾ ਗੁਰੂ ਦੀ ਆਗਿਆ ਲੈ ਕੇ ਇਸ ਨਾਮ ਦੇ ਜਹਾਜ਼ ਤੇ ਚੜ੍ਹਦਾ ਹੈ ਤੇ ਗੁਰੂ ਮਹਾਰਾਜ ਉਸ ਨੂੰ ਪਾਰ ਕਰ ਦਿੰਦੇ ਹਨ। ਇਸ ਲਈ ਸਤਿਗੁਰੂ ਫਰਮਾਉਂਦੇ ਨੇ ਸਿਮਰਤ ਨਾਮ ਭੈ ਪਾਰੋ ਤਰੀਆ, ਵੀ ਵਾਹਿਗੁਰੂ ਦੇ ਨਾਮ ਨੂੰ ਸਿਮਰ ਕੇ ਤੁਸੀਂ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਸਕਦੇ ਹੋ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਨੇਤਰ ਸੰਤਨ ਕਾ ਦਰਸ਼ਨ ਪੇਖ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਆਪਣੀਆਂ ਅੱਖਾਂ ਦੇ ਨਾਲ ਸੰਤਾਂ ਦੇ ਮਹਾਂਪੁਰਖਾਂ ਦੇ ਜਾ ਕੇ ਦਰਸ਼ਨ ਦੇਖਿਆ ਕਰੋ, ਸਾਧ ਸੰਗਤ ਦੇ ਦਰਸ਼ਨ ਕਰੋ, ਸਤਿਗੁਰੂ ਦੇ ਦੀਦਾਰ ਕਰੋ, ਮਹਾਂਪੁਰਖਾਂ ਦੇ ਦੀਦਾਰ ਕਰੋ। ਪ੍ਰਭ ਅਵਿਨਾਸ਼ੀ ਮਨ ਮਹਿ ਲੇਖ। ਭਾਵ ਅੱਖਾਂ ਦੀ ਸਫਲਤਾ ਹੈ ਵੀ ਸਤਿਗੁਰੂ ਦੇ ਮਹਾਂਪੁਰਖਾਂ ਦੇ ਸੰਗਤ ਦੇ ਦਰਸ਼ਨ ਕਰਕੇ ਪ੍ਰਭ ਅਵਿਨਾਸ਼ੀ ਮਨ ਮਹਿ ਲੇਖ। ਤੇ ਜੋ ਅਵਿਨਾਸ਼ੀ ਨਾਸ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਵੀ ਉਹਦੀ ਸਿਫਤ ਨੂੰ ਆਪਣੇ ਮਨ ਦੇ ਵਿੱਚ ਲਿਖੋ। ਜਿਵੇਂ ਕੱਲ੍ਹ ਵੀ ਇਹ ਵਿਚਾਰ ਆਈ ਸੀ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਸੀ, ਮਤ ਕਾਗਦ ਕਲਮ ਮਸਵਾਣੀ, ਵੀ ਇਹ ਜਿਹੜੀ ਸ੍ਰੇਸ਼ਟ ਬੁੱਧੀ ਹੈ ਇਹਨੂੰ ਕਾਗਜ਼ ਬਣਾ ਕੇ ਤੇ ਆਪਣੇ ਮਨ ਨੂੰ ਦੁਆਤ ਬਣਾ ਕੇ ਤੇ ਬੁੱਧੀ ਨੂੰ ਕਾਗਜ਼ ਬਣਾ ਕੇ ਤੇ ਵਾਹਿਗੁਰੂ ਦੇ ਪ੍ਰੇਮ ਨੂੰ ਕਲਮ ਬਣਾ ਕੇ ਇਸ ਢੰਗ ਦੇ ਨਾਲ
ਪ੍ਰਭ ਅਬਨਾਸੀ ਮਨ ਮਹਿ ਲੇਖ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ, ਉਹਦੀ ਸਿਫਤ ਸਲਾਹ ਨੂੰ ਆਪਣੇ ਮਨ ਵਿੱਚ ਲਿਖਿਆ ਕਰੋ। ਸੁਣ ਕੀਰਤਨ ਸਾਧ ਪਹਿ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਹਰ ਗੁਰਸਿੱਖ ਮਾਈ ਭਾਈ ਨੂੰ ਚਾਹੀਦਾ ਜਦੋਂ ਵੀ ਸਮਾਂ ਬਣੇ ਵੀ ਸਾਧ ਸਤਿਗੁਰੂ ਦੇ ਪਾਸ ਜਾ ਕੇ ਅਥਵਾ ਗੁਰੂ ਦੇ ਪਿਆਰੇ ਮਹਾਂਪੁਰਖਾਂ ਦੇ ਪਾਸ ਜਾ ਕੇ ਕੀਰਤਨ ਵੀ ਸੁਣਿਆ ਕਰੋ। ਜਨਮ ਮਰਨ ਕੀ ਤਰਾਸ ਮਿਟਾਏ। ਇਹਦੇ ਨਾਲ ਕੀ ਹੋਵੇਗਾ? ਹਜ਼ੂਰ ਕਹਿੰਦੇ ਜਨਮ ਮਰਨ ਦੀ ਜਿਹੜੀ ਤਰਾਸ ਡਰ ਦੀ ਹਾਲਤ ਹੈ ਇਹ ਸਾਰੀ ਹੀ ਮਿਟ ਜਾਵੇਗੀ। ਚਰਨ ਕਮਲ ਠਾਕੁਰ ਉਰ ਧਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ। ਦੁਲੱਭ ਦੇਹ ਨਾਨਕ ਨਿਸਤਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਢੰਗ ਦੇ ਨਾਲ ਜਿਹੜੀ ਇਹ ਦੁਰਲੱਭ ਦੇਹ ਤੁਹਾਨੂੰ ਪ੍ਰਾਪਤ ਹੋਈ ਹੈ ਨਾ, ਕਈ ਜਾਨੋਂ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨ ਪਾਂਕੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇ ਸਿੰਜਰੀਆ। ਇਹ ਜਿਹੜੀ ਚਿਰਕਾਲ ਸਮੇਂ ਤੋਂ ਬਾਅਦ ਮਨੁੱਖਾ ਦੇ ਪ੍ਰਾਪਤ ਹੋਈ ਦੁਰਲੱਭ ਦੇਹ ਹੈ, ਇਹਦਾ ਭਾਈ ਇਸ ਢੰਗ ਦੇ ਨਾਲ ਨਿਸਤਾਰ ਪਾਰੋ ਤਾਰਾ ਕਰ ਲਵੋ। ਗੌੜੀ ਮਹੱਲਾ ਪੰਜਵਾ। ਜਾ ਕੋ ਆਪਣੀ ਕਿਰਪਾ ਧਾਰੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫੇਰ ਸਾਨੂੰ ਨਾਮ ਜਪਣ ਦਾ, ਸਿਮਰਨ ਦਾ ਉਪਦੇਸ਼ ਦਿੰਦੇ ਹਨ। ਜਾ ਕੋ ਆਪਣੀ ਕਿਰਪਾ ਧਾਰੈ। ਗੁਰਮੁਖੋ, ਜਿਸ ਉੱਤੇ ਮੇਰਾ ਵਾਹਿਗੁਰੂ ਆਪਣੀ ਕਿਰਪਾ ਧਾਰਨ ਕਰਦਾ ਹੈ, ਇਹਦਾ ਮਤਲਬ ਇਹ ਹੈ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਆਪ ਪ੍ਰਸੰਨ ਹੁੰਦਾ ਹੈ, ਮਿਹਰ ਦੀ ਨਜ਼ਰ ਕਰਦਾ ਹੈ। ਸੋ ਜਨ ਰਸਨਾ ਨਾਮ ਉਚਾਰੈ। ਉਹੀ ਜਨ ਗੁਰਮੁਖ ਪਿਆਰਾ ਗੁਰਸਿੱਖ ਮਾਈ ਪਾਈ ਆਪਣੀ ਰਸਨਾ ਤੋਂ ਨਾਮ ਉਚਾਰਨ ਕਰਦਾ ਹੈ। ਜੇ ਵਾਹਿਗੁਰੂ ਦੀ ਕਿਰਪਾ ਨਾ ਹੋਵੇ ਤੇ ਫਿਰ ਨਾਮ ਨਿਕਲਦਾ ਹੀ ਨਹੀਂ ਹੈ। ਇਸੇ ਲਈ ਜਦੋਂ ਆਦਮੀ ਸੁੱਖ ਦੇ ਵਿੱਚ ਹੁੰਦਾ ਹੈ ਉਸ ਵੇਲੇ ਵੀ ਰੱਬ ਨੂੰ ਭੁੱਲਿਆ ਰਹਿੰਦਾ ਹੈ, ਤੇ ਜਦੋਂ ਦੁੱਖ ਵੀ ਆਉਂਦਾ ਉਸ ਵੇਲੇ ਵੀ ਹਾਏ ਹਾਏ ਕਰੀ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾ ਕਰਦਾ ਹੈ ਉਹੀ ਜਾਨ ਗੁਰਸਿੱਖ ਮਾਈ ਪਾਈ ਰਸਨਾ ਤੋਂ ਨਾਮ ਉਚਾਰਨ ਕਰਦਾ ਹੈ। ਹਰ ਬਿਸਰਤ ਸਹਿਸਾ ਦੁੱਖ ਵਿਆਪੈ। ਲੋ ਹਜ਼ੂਰ ਕਹਿੰਦੇ ਨੇ, ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਿਸਰਦਾ ਹੈ ਉਸੇ ਵੇਲੇ ਸਹਿਸਾ ਦੁੱਖ ਵਿਆਪੈ। ਹਰ ਕਿਸਮ ਦਾ ਪ੍ਰਮਾਣ ਪਰਮੇਗਤ ਰੂਪ ਸੰਸਾ ਤੇ ਨਾਲ ਦੁੱਖ ਵੀ ਆ ਕੇ ਵਿਆਪਦਾ ਹੈ। ਸਿਮਰਤ ਨਾਮ ਭਰਮ ਭਉ ਭਾਗੈ। ਤੇ ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਨਾਮ ਦਾ ਸਿਮਰਨ ਕਰਦੇ ਹਾਂ, ਇਹਦੇ ਨਾਲ ਭਾਰੋਂ ਵੀ ਤੇ ਡਰ ਵੀ, ਭਾਗਿਆ ਦਾ ਅਰਥ ਭੱਜ ਜਾਂਦਾ ਹੈ। ਰਹਾਉ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਗੁਰਸਿੱਖ ਮਾਈ ਪਾਈ ਵਾਹਿਗੁਰੂ ਦੇ ਕੀਰਤਨ ਨੂੰ ਸੁਣਦਾ ਹੈ ਅਥਵਾ ਵਾਹਿਗੁਰੂ ਦੇ ਕੀਰਤਨ ਨੂੰ ਜਸ ਨੂੰ ਗਾਉਂਦਾ ਹੈ, ਕਿਉਂਕਿ ਕੀਰਤਨ ਦੇ ਨਾਲ ਦੋ ਢੰਗ ਦੇ ਨਾਲ ਹੀ ਜੁੜਿਆ ਜਾਂਦਾ ਹੈ, ਜਾਂ ਤੇ ਆਪ ਕਰੋ ਤੇ ਜਾਂ ਬੈਠ ਕੇ ਸੁਣੋ। ਦੋਵੇਂ ਤਰੀਕੇ ਦੇ ਨਾਲ ਹੀ ਕੀਰਤਨ ਨਾਲ ਜੁੜਿਆ ਜਾ ਸਕਦਾ ਹੈ। ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਗੁਰਸਿੱਖ ਮਾਈ ਪਾਈ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਤੇ ਅਥਵਾ ਬੈਠ ਕੇ ਸੁਣਦਾ ਹੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਉਸ ਜਨ ਗੁਰਸਿੱਖ ਮਾਈ ਭਾਈ ਦੇ ਨੇੜੇ ਕੋਈ ਵੀ ਦੁੱਖ ਨਹੀਂ ਆ ਸਕਦਾ। ਇਹ ਕੀਰਤਨ ਦਾ ਮਹਾਤਮ ਹੈ। ਜਿਹੜਾ ਹਰ ਵੇਲੇ ਕੀਰਤਨ ਕਰਦਾ ਹੈ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਪਿਆਰ ਦੇ ਵਿੱਚ, ਉਹਦੇ ਨੇੜੇ ਕਦੇ ਦੁੱਖ ਨਹੀਂ ਆ ਸਕਦਾ। ਹਰ ਕੀ ਟਹਿਲ ਕਰਤ ਜਨ ਸੋ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਜਨ ਵਾਹਿਗੁਰੂ ਦੀ ਟਹਿਲ ਕਰਦਾ ਹੈ, ਉਸ ਅਕਾਲ ਪੁਰਖ ਦੀ ਟਹਿਲ ਕੀ ਹੈ? ਉਸ ਦਾ ਨਾਮ ਜਪਣਾ, ਭਗਤੀ ਕਰਨੀ। ਜਿਹੜਾ ਇਸ ਢੰਗ ਦੇ ਨਾਲ ਵਾਹਿਗੁਰੂ ਦੀ ਟਹਿਲ ਕਰਦਾ ਹੈ ਸੋ ਹੈ ਵੀ ਉਹ ਸ਼ੋਭਾ ਨੂੰ ਪ੍ਰਾਪਤ ਕਰਦਾ ਹੈ। ਤਾਕੋ ਮਾਇਆ ਅਗਨ ਨਾ ਪੋਹੈ। ਲੋ ਜਿਹੜਾ ਹਰ ਵੇਲੇ ਵਾਹਿਗੁਰੂ ਦੀ ਟਹਿਲ ਕਰਦਾ ਹੈ, ਭਾਵ ਉਸ ਪ੍ਰਭੂ ਦਾ ਨਾਮ ਜਪਦਾ ਹੈ, ਉਹਨੂੰ ਮਾਇਆ ਦੀ ਅੱਗ ਵੀ ਨਹੀਂ ਪੋ ਸਕਦੀ। ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇਸ ਮਾਇਆ ਨੂੰ ਗੁੱਜੀ ਅੱਗ ਲਿਖਿਆ ਹੈ। ਗੁੱਜੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਪਰ ਹਜ਼ੂਰ ਕਹਿੰਦੇ ਜਿਹੜਾ ਵਾਹਿਗੁਰੂ ਦੀ ਸੇਵਾ ਟਹਿਲ ਕਰਦਾ ਹੈ ਉਹਦੇ ਨੇੜੇ ਮਾਇਆ ਦੀ ਅੱਗ ਵੀ ਨਹੀਂ ਪੋ ਸਕਦੀ। ਮਨ ਤਨ ਮੁਖ ਹਰ ਨਾਮ ਦਇਆਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਸਨੇ ਆਪਣੇ ਮਨ ਵਿੱਚ ਵੀ, ਤਨ ਵਿੱਚ ਵੀ, ਮੁਖ ਦੇ ਵਿੱਚ ਵੀ
ਉਸ ਦਇਆ ਦੇ ਕਰ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਲਿਆ ਹੈ। ਨਾਨਕ ਤਜੀਲੇ ਅਵਰ ਜੰਜਾਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਸ ਗੁਰਸਿੱਖ ਮਾਈ ਭਾਈ ਨੇ ਹੋਰ ਜਿੰਨੇ ਵੀ ਦੁਨੀਆ ਦੇ ਜੰਜਾਲ ਨੇ, ਧੰਦੇ ਨੇ, ਖਲ ਜਗਨ ਨੇ, ਉਹ ਸਾਰੇ ਛੱਡ ਦਿੱਤੇ। ਬਸ ਇੱਕੇ ਪਾਸੇ ਹੋ ਗਿਆ, ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਜਪ ਰਿਹਾ ਹੈ। ਗੌੜੀ ਮਹੱਲਾ ਪੰਜਵਾ। ਛਾੜ ਸਿਆਣਪ ਬਹੁ ਚਤੁਰਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਦੱਸਦੇ ਨੇ ਪੂਰੇ ਗੁਰੂ ਦੀ ਓਟ ਲੈ ਕੇ ਤੇ ਸਾਨੂੰ ਕਿਹੜੇ ਕਿਹੜੇ ਫਲ ਪ੍ਰਾਪਤ ਹੁੰਦੇ ਹਨ। ਹਜ਼ੂਰ ਕਹਿੰਦੇ ਨੇ ਛਾੜ ਸਿਆਣ ਬਹੁ ਚਤੁਰਾਈ। ਅਸੀਂ ਜਿਹੜੀ ਬੁੱਧੀ ਦੀ ਸਿਆਣਪ ਛੱਡ ਕੇ ਤੇ ਜਿਹੜੀ ਬਹੁਤੀ ਪਾਈ ਉਕਤੀਆਂ ਜੁਗਤੀਆਂ ਦੀ ਚਤੁਰਾਈ ਸੀ ਉਹਨੂੰ ਵੀ ਛੱਡ ਦਿੱਤਾ ਹੈ। ਗੁਰਪੂਰੇ ਕੀ ਟੇਕ ਟਿਕਾਈ। ਅਸਾਂ ਤਾਂ ਪੂਰੇ ਗੁਰੂ ਦੀ ਹੀ ਟੇਕ ਟਿਕਾ ਲਈ ਹੈ, ਪੂਰੇ ਗੁਰੂ ਤੇ ਹੀ ਪੂਰਨ ਭਰੋਸਾ ਕਰ ਲਿਆ ਹੈ। ਦੁੱਖ ਬਿਨਸੇ ਸੁਖ ਹਰ ਗੁਣ ਗਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਗੁਣ ਗਾ ਕੇ ਸਾਰੇ ਦੁੱਖ ਨਾਸ ਹੋ ਗਏ ਹਨ ਤੇ ਨਾਲ ਮਹਾਨ ਸੁਖ ਪ੍ਰਾਪਤ ਹੋ ਗਏ ਹਨ। ਗੁਰਪੂਰਾ ਭੇਟਿਆ ਲਿਵ ਲਾਏ। ਜਦੋਂ ਵੀ ਪੂਰਾ ਗੁਰੂ ਮਿਲਿਆ ਤਾਂ ਉਹਦੀ ਕਿਰਪਾ ਹੋਈ, ਲਿਵ ਲਾਈ, ਉਸਨੇ ਸਾਡੀ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਦਿੱਤੀ। ਤੇ ਜਦੋਂ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲੱਗ ਜਾਂਦੀ ਹੈ ਤੇ ਉਸੇ ਵੇਲੇ ਆਨੰਦ ਬਣ ਜਾਂਦਾ ਹੈ। ਇਸੇ ਲਈ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਬਾਣੀ ਵਿੱਚ ਫਰਮਾਇਆ ਹੈ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਜਦੋਂ ਪੂਰਾ ਗੁਰੂ ਮਿਲਿਆ ਤਾਂ ਉਸਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਦਿੱਤੀ। ਰਹਾਉ ਹਰ ਕਾ ਨਾਮ ਦਿਓ ਗੁਰ ਮੰਤਰ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਦੀ ਕਿਰਪਾ ਨਾਲ ਹੋਰ ਕੀ ਕੀ ਮਿਲਿਆ ਹੈ। ਹਜ਼ੂਰ ਕਹਿੰਦੇ ਨੇ ਹਰ ਕਾ ਨਾਮ ਦਿਓ ਗੁਰ ਮੰਤਰ। ਵੀ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਮੰਤਰ ਦੇ ਦਿੱਤਾ। ਜਿਹੜਾ ਮੰਤਰ ਸ਼ਬਦ ਹੈ ਨਾ, ਇਹ ਮਨ ਅੰਤਰ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ। ਮੰਤਰੋ ਜਿਸ ਨੂੰ ਮਨ ਦੇ ਅੰਦਰ ਧਾਰਨ ਕੀਤਾ ਜਾਵੇ, ਮਨ ਦੇ ਅੰਦਰ ਜਿਸ ਨੂੰ ਸਿਮਰਿਆ ਜਾਵੇ, ਉਹਨੂੰ ਮੰਤਰ ਕਿਹਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਵੀ ਸਤਿਗੁਰੂ ਨੇ ਸਾਨੂੰ ਐਸਾ ਨਾਮ ਮੰਤਰ ਦੇ ਦਿੱਤਾ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ, ਕਿ ਅਸੀਂ ਉਹਨੂੰ ਹਮੇਸ਼ਾ ਲਈ ਯਾਦ ਕਰ ਲਿਆ ਹੈ। ਮਿਟੇ ਵਿਸੂਰੇ ਉਤਰੀ ਚਿੰਤ। ਉਸ ਗੁਰੂ ਦੇ ਮੰਤਰ ਦੀ, ਵਾਹਿਗੁਰੂ ਮੰਤਰ ਦੀ ਕਮਾਈ ਕਰਕੇ ਮਿਟੇ ਵਸੂਰੇ, ਜਿੰਨੇ ਵੀ ਵਸੂਰੇ ਦਾ ਅਰਥ ਝੋਰੇ ਸਨ ਉਹ ਵੀ ਮਿਟ ਗਏ ਤੇ ਉਤਰੀ ਚਿੰਤ, ਤੇ ਜਿਹੜੀ ਮਨ ਦੀ ਚਿੰਤਾ ਸੀ ਉਹ ਵੀ ਸਾਰੀ ਲੈ ਗਈ। ਆਨੰਦ ਭਏ ਗੁਰ ਮਿਲਤ ਕਿਰਪਾਲ। ਜਦੋਂ ਕਿਰਪਾ ਦੇ ਕਰ ਸਤਿਗੁਰੂ ਮਿਲੇ, ਮਿਲਦਿਆਂ ਸਾਰ ਆਨੰਦ ਪਏ, ਸਾਨੂੰ ਤੇ ਆਨੰਦ ਪ੍ਰਾਪਤ ਹੋ ਗਏ। ਕਿਉਂਕਿ ਸਤਿਗੁਰੂ ਦੇ ਦਰਸ਼ਨ ਕਰਕੇ ਵੀ ਮਹਾਨ ਆਨੰਦ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਕਾਟੇ ਜਮ ਜਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਨੇ ਕਿਰਪਾ ਕਰਕੇ ਜਮਾਂ ਦੇ ਜਾਲ ਵੀ ਸਾਡੇ ਕੱਟ ਦਿੱਤੇ। ਜਦੋਂ ਗੁਰੂ ਤੇ ਹੀ ਭਰੋਸਾ ਕਰ ਲਿਆ ਤੇ ਸਤਿਗੁਰੂ ਆਪ ਜ਼ਿੰਮੇਦਾਰੀ ਲੈ ਲੈਂਦੇ ਨੇ। ਜਿਵੇਂ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਨੂੰ ਬਚਨ ਕੀਤਾ ਸੀ, ਗੁਰਸਿੱਖਾ ਤੂੰ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ ਤੇ ਤੈਨੂੰ ਅਸੀਂ ਜਮਾਂ ਦੇ ਵਸ ਨਹੀਂ ਪੈਣ ਦੇਵਾਂਗੇ, ਕਿਉਂਕਿ ਇਹ ਇੱਕ ਸਾਡੀ ਜ਼ਿੰਮੇਦਾਰੀ ਹੈ। ਹਜ਼ੂਰ ਕਹਿੰਦੇ ਨੇ ਕਰ ਕਿਰਪਾ ਕਾਟੇ ਜਮ ਜਾਲ। ਗੁਰੂ ਨੇ ਕਿਰਪਾ ਕਰਕੇ ਜਮਾਂ ਦੇ ਜਾਲ ਵੀ ਸਾਡੇ ਕੱਟ ਦਿੱਤੇ ਹਨ। ਕਹੋ ਨਾਨਕ ਗੁਰ ਪੂਰਾ ਪਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਅਸੀਂ ਤੇ ਪੂਰਾ ਗੁਰੂ ਪ੍ਰਾਪਤ ਕੀਤਾ ਹੈ। ਤਾਤੇ ਬਹੁਰ ਨਾ ਵਿਆਪੈ ਮਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਇਸੇ ਕਰਕੇ ਹੁਣ ਸਾਨੂੰ ਮੁੜ ਕੇ ਮਾਇਆ ਨਹੀਂ ਵਿਆਪ ਸਕਦੀ, ਕਿਉਂਕਿ ਪੂਰਾ ਗੁਰੂ ਜੋ ਮਿਲ ਗਿਆ ਹੈ, ਪੂਰੇ ਗੁਰੂ ਨੇ ਕਿਰਪਾ ਕੀਤੀ ਹੈ। ਹੁਣ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਮਨ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੋ ਕੇ ਰਹਿੰਦਾ ਹੈ, ਕਿਉਂਕਿ ਇਹ ਸਤਿਗੁਰੂ ਦੀ ਹੀ ਕਿਰਪਾ ਹੈ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਇਹ ਗੁਰਮੁਖਾਂ ਦੀ ਅਵਸਥਾ ਬਿਆਨ ਕੀਤੀ ਹੈ। ਗੌੜੀ ਮਹੱਲਾ ਪੰਜਵਾ। ਰਾਖ ਲਿਆ ਗੁਰਪੂਰੈ ਆਪ। ਲਓ ਹੁਣ ਇਹ ਜਿਹੜਾ ਅਗਲਾ ਸ਼ਬਦ ਹੈ, ਇਹ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖਿਆ ਵੇਲੇ ਉਚਾਰਨ ਕੀਤਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਕਈ ਸ਼ਬਦਾਂ ਦਾ ਇਤਿਹਾਸਕ ਘਟਨਾਵਾਂ ਨਾਲ ਵੀ ਸੰਬੰਧ ਹੈ।
ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਕਾਫੀ ਦੇਰ ਤੋਂ ਬਾਅਦ ਸਾਹਿਬਜ਼ਾਦਾ ਪ੍ਰਗਟ ਹੋਇਆ ਸੀ ਅਤੇ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਪ੍ਰਿਥੀਏ ਵਰਗੇ, ਉਹ ਬੜੇ ਇਸ ਗੱਲ ਤੋਂ ਦੁਖੀ ਹੋਏ, ਕਿਉਂਕਿ ਉਹਨਾਂ ਨੂੰ ਤਾਂ ਇਹ ਆਸ ਸੀ ਬਈ ਗੁਰੂ ਮਹਾਰਾਜ ਦੇ ਘਰ ਸਾਹਿਬਜ਼ਾਦਾ ਨਹੀਂ ਹੈ ਅਤੇ ਗੁਰਤਾ ਗੱਦੀ ਸਾਨੂੰ ਮਿਲ ਜਾਵੇਗੀ। ਪਰ ਉਹਨਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ। ਫਿਰ ਉਹਨਾਂ ਨੇ ਤਰ੍ਹਾਂ ਤਰ੍ਹਾਂ 'ਤੇ ਅਟੈਕ ਕੀਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਉਹਨਾਂ ਨੇ ਅਟੈਕ ਕੀਤੇ। ਇਹ ਕਿਸੇ ਦਾਈ ਨੂੰ ਸਿਖਾ ਕੇ ਭੇਜਿਆ, ਲਾਲਚ ਦਿੱਤਾ ਬਈ ਤੂੰ ਉਹਨਾਂ ਨੂੰ ਜ਼ਹਿਰੀਲਾ ਦੁੱਧ ਚੁੰਘਾ ਕੇ ਸਮਾਪਤ ਕਰ ਦੇ, ਤੈਨੂੰ ਬੜਾ ਭਾਰੀ ਇਨਾਮ ਮਿਲੇਗਾ। ਫਿਰ ਇੱਕ ਸਪੇਲੇ ਨੂੰ ਜ਼ਹਿਰੀਲੇ ਸੱਪ ਦਾ ਡੰਗ ਮਰਵਾਉਣ ਦਾ ਯਤਨ ਕੀਤਾ ਗਿਆ। ਕਿਸੇ ਪਾਪੀ ਬ੍ਰਾਹਮਣ ਨੂੰ ਮਾਇਆ ਦਾ ਲਾਲਚ ਦੇ ਕੇ ਦੁੱਧ ਵਿੱਚ ਜ਼ਹਿਰ ਮਿਲਾ ਕੇ ਖਵਾਉਣ ਦੇ ਲਈ ਇੱਕ ਮਹਾਨ ਪੇਸ਼ਕਸ਼ ਕੀਤੀ ਗਈ। ਇਸ ਤਰ੍ਹਾਂ ਦੇ ਬਹੁਤ ਸਾਰੇ ਹਮਲੇ ਹੋਏ, ਪਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਰ ਪ੍ਰਕਾਰ ਰੱਖਿਆ ਹੋਈ। ਅਤੇ ਬਹੁਤ ਸਾਰੇ ਸ਼ਬਦ ਐਸੇ ਨੇ ਜਿਹੜੇ ਉਸ ਰੱਖਿਆ ਨਾਲ ਸੰਬੰਧਿਤ ਨੇ। ਲਓ, ਇਹ ਸ਼ਬਦ ਵੀ ਰੱਖਿਆ ਦੇ ਨਾਲ ਸੰਬੰਧਿਤ ਹੈ। ਰਾਖ ਲਿਆ ਗੁਰ ਪੂਰੈ ਆਪ। ਹਜ਼ੂਰ ਕਹਿੰਦੇ ਨੇ ਵੀ ਪੂਰੇ ਸਤਿਗੁਰੂ ਨੇ ਆਪ ਕਿਰਪਾ ਕਰਕੇ ਆਪਣੇ ਸੇਵਕ ਨੂੰ ਰੱਖ ਲਿਆ ਹੈ। ਮਨਮੁਖ ਕਉ ਲਾਗੋ ਸੰਤਾਪ। ਜਿਹੜਾ ਮਨਮੁਖ ਸੀ, ਭਾਵ ਪ੍ਰਿਥੀਆ ਮਨਮੁਖ ਸੀ ਨਾ, ਜਿਹੜਾ ਗੁਰੂ ਤੋਂ ਉਲਟ ਚੱਲਦਾ ਸੀ, ਅਤੇ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਵੀ ਇਹਦਾ ਝਗੜਾ ਹੀ ਸੀ। ਇਸੇ ਲਈ ਤਾਂ ਬਾਣੀ ਵਿੱਚ ਇੱਕ ਐਸਾ ਸ਼ਬਦ ਵੀ ਸਾਨੂੰ ਪ੍ਰਾਪਤ ਹੁੰਦਾ ਹੈ ਜੋ ਖਾਸ ਕਰਕੇ ਪ੍ਰਿਥੀਏ ਦੇ ਪ੍ਰਥਾएं ਉਚਾਰਨ ਕੀਤਾ ਗਿਆ ਹੈ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, 300 ਝਗਰਤ ਪਾਪ। ਪਰ ਇਹ ਪ੍ਰਿਥੀਆ ਫਿਰ ਵੀ ਬਾਜ ਨਹੀਂ ਸੀ ਆਇਆ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਸਾਹਿਬਜ਼ਾਦੇ ਨੂੰ ਤਾਂ ਪੂਰੇ ਗੁਰੂ ਨੇ ਆਪ ਰੱਖ ਲਿਆ ਹੈ, ਪਰ ਜਿਹੜਾ ਮਨਮੁਖ ਆਦਮੀ ਸੀ ਇਹਨੂੰ ਬੜਾ ਇਸ ਗੱਲ ਦਾ ਸੰਤਾਪ ਦੁੱਖ ਲੱਗਿਆ। ਗੁਰੂ ਗੁਰੂ ਜਪ ਮੀਤ ਹਮਾਰੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਸਰੇ ਗੁਰਸਿੱਖਾਂ ਨੂੰ ਕਹਿੰਦੇ ਨੇ ਵੀ ਇਹ ਸਾਡੇ ਮਿੱਤਰੋ, ਗੁਰਸਿੱਖ ਭਰਾਵੋ, ਤੁਸੀਂ ਤਾਂ ਹਰ ਵੇਲੇ ਗੁਰੂ ਗੁਰੂ ਜਪੋ, ਧੰਨ ਸਤਿਗੁਰੂ ਧੰਨ ਸਤਿਗੁਰੂ। ਸਤਿਗੁਰੂ ਦਾ ਹਮੇਸ਼ਾ ਲਈ ਜਾਪ ਕਰੋ, ਅਥਵਾ ਜਿੱਥੇ ਜਪਣ ਦੀ ਗੱਲ ਹੋਵੇ ਉੱਥੇ ਵਾਹਿਗੁਰੂ ਨਾਮ ਦਾ ਗ੍ਰਹਿਣ ਕਰਨਾ ਹੈ। ਇਹ ਵੀ ਇੱਕ ਮਰਜ਼ਾਦਾ ਹੈ, ਇਹ ਵੀ ਇੱਕ ਨਿਯਮ ਹੈ। ਗੁਰੂ ਗੁਰੂ ਜਪ ਮੀਤ ਹਮਾਰੇ। ਇਹ ਸਾਡੇ ਮਿੱਤਰੋ, ਤੁਸੀਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪੋ। ਮੁਖ ਉਜਲ ਹੋਵੈ ਦਰਬਾਰ। ਇਹਦੇ ਨਾਲ ਤੁਹਾਡੇ ਸੱਚਖੰਡ ਦਰਬਾਰ ਦੇ ਵਿੱਚ ਵੀ ਮੁਖ ਉਜਲੇ ਹੋਣਗੇ, ਭਾਵ ਦਰਗਾਹ ਦੇ ਵਿੱਚ ਵੀ ਤੁਹਾਨੂੰ ਸੋਭਾ ਤੇ ਸਤਿਕਾਰ ਮਿਲੇਗਾ। ਗੁਰ ਕੇ ਚਰਨ ਹਿਰਦੈ ਵਸਾਏ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਤੁਸੀਂ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਓ, ਪ੍ਰਤੱਖ ਗੁਰੂ ਦੇ ਚਰਨਾਂ ਨੂੰ ਵੀ। ਤੇ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸ਼ਬਦ ਰੂਪ ਚਰਨਾਂ ਨੂੰ ਹਿਰਦੇ ਵਿੱਚ ਵਸਾ ਲਓ। ਦੁੱਖ ਦੁਸ਼ਮਨ ਤੇਰੀ ਹਤੈ ਬਲਾਏ। ਉਹ ਤੇਰੇ ਸਾਰੇ ਦੁੱਖ ਵੀ ਤੇ ਦੁਸ਼ਮਣਾਂ ਨੂੰ ਵੀ ਮਾਰ ਦੇਣਗੇ ਤੇ ਤੇਰੀ ਬਲਾ ਨੂੰ ਵੀ ਮਾਰ ਦੇਣਗੇ। ਭਾਵ ਜਿਹੜੀ ਕੋਈ ਮੁਸੀਬਤ ਪੈਂਦੀ ਹੈ ਨਾ, ਕਹਿੰਦੇ ਕਿੱਥੋਂ ਮੈਨੂੰ ਜ਼ਹਿਮਤ ਲੱਗ ਗਈ ਹੈ, ਕਿੱਥੋਂ ਮੈਨੂੰ ਬਲਾ ਚਿੰਬੜ ਗਈ ਹੈ। ਲਓ, ਹਜ਼ੂਰ ਕਹਿੰਦੇ ਨੇ ਸਾਰੇ ਤੇਰੇ ਦੁੱਖ ਵੀ ਤੇ ਦੁਸ਼ਮਣ ਵੀ ਨਾਸ਼ ਹੋ ਜਾਣਗੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇਰੀ ਜਿਹੜੀ ਬਲਾ ਹੈ, ਪਾਪ ਵਿਪਤਾ ਹੈ, ਮੁਸੀਬਤ ਹੈ, ਇਹਨੂੰ ਵੀ ਨਾਸ਼ ਕਰ ਦੇਣਗੇ। ਗੁਰ ਕਾ ਸ਼ਬਦ ਤੇਰੇ ਸੰਗ ਸਹਾਈ। ਜਿਹੜਾ ਗੁਰੂ ਦਾ ਸ਼ਬਦ ਹੈ, ਭਾਵ ਵਾਹਿਗੁਰੂ ਨਾਮ ਹੈ, ਮੂਲ ਮੰਤਰ ਹੈ, ਗੁਰਬਾਣੀ ਹੈ, ਇਹ ਤੇਰੇ ਅੰਗ ਸੰਗ ਸਹਾਈ ਹੋਵੇਗਾ। ਦਇਆਲ ਭਏ ਸਗਲੇ ਜੀ ਭਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਕੋਈ ਗੁਰੂ ਦਾ ਨਾਮ ਲੈਂਦਾ ਹੈ, ਸਾਰੇ ਹੀ ਉਸ ਦੇ ਜਿੰਨੇ ਵੀ ਜੀਵ ਨੇ ਤੇ ਉਹ ਸਾਰੇ ਭਰਾਵਾਂ ਵਾਂਗੂ ਉਹਦੇ ਉੱਤੇ ਦਿਆਲ ਹੁੰਦੇ ਨੇ। ਜਿਵੇਂ ਭਰਾ ਭਰਾ ਦੀ ਮੁਸੀਬਤ ਤੇ ਆ ਕੇ ਬੌੜਦਾ ਹੈ, ਇਸੇ ਤਰ੍ਹਾਂ ਜਿੰਨੇ ਵੀ ਜੀਵ ਨੇ ਉਹ ਭਰਾਵਾਂ ਵਾਂਗੂ ਸਾਰੇ ਦਿਆਲ ਹੋਏ ਨੇ। ਭਾਵ ਸਾਰਿਆਂ ਦੇ ਮਨ ਦੇ ਵਿੱਚ ਤਰਸ ਆਇਆ ਹੈ। ਗੁਰਪੂਰੈ ਜਬ ਕਿਰਪਾ ਕਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਪੂਰੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਭਨਤ ਨਾਨਕ ਮੇਰੀ ਪੂਰੀ ਪਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਫਿਰ ਸਾਡੀ ਪੂਰੀ ਪੈ ਗਈ। ਇਹਦਾ ਮਤਲਬ ਇਹ ਹੈ, ਇਹ ਪੰਜਾਬੀ ਦਾ ਮੁਹਾਵਰਾ ਹੈ ਵੀ ਸਾਡੀ ਤੇ ਗੱਲ ਬਣ ਗਈ, ਸਾਡੀ ਤੇ ਪੂਰੀ ਪੈ ਗਈ। ਹਜ਼ੂਰ ਕਹਿੰਦੇ ਨੇ ਵੀ ਜਦੋਂ ਸਾਡੇ ਤੇ
ਸਤਿਗੁਰੂ ਨੇ ਕਿਰਪਾ ਕੀਤੀ, ਪੂਰੇ ਗੁਰੂ ਨੇ ਕਿਰਪਾ ਕੀਤੀ, ਸਾਡੀ ਤੇ ਪੂਰੀ ਪੈ ਗਈ। ਇਹਦਾ ਮਤਲਬ ਇਹ ਸਾਡੀ ਤੇ ਗੱਲ ਬਣ ਗਈ, ਸਾਡੀ ਹਰ ਤਰ੍ਹਾਂ ਦੇ ਨਾਲ ਰੱਖਿਆ ਹੋਈ ਹੈ। ਗੌੜੀ ਮਹੱਲਾ ਪੰਜਵਾਂ। ਅਨਕ ਰਸਾ ਖਾਏ ਜੈਸੇ ਢੋਰ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਇਸ ਮਨੁੱਖਾ ਦੇਹ ਦੀ ਸਫਲਤਾ ਕਿਵੇਂ ਹੋ ਸਕਦੀ ਹੈ ਤੇ ਅਸਫਲਤਾ ਕਿਵੇਂ ਹੋ ਰਹੀ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਤੋਂ ਅਰਥ ਸ਼ੁਰੂ ਕਰਦੇ ਹਾਂ। ਮਿਰਤਕ ਦੇਹ ਸਾਧ ਸੰਗ ਬਿਹੁਨਾ, ਆਵਤ ਜਾਤ ਜੋਨੀ ਦੁੱਖ ਖੀਨਾ। ਰਹਾਉ ਹਜ਼ੂਰ ਕਹਿੰਦੇ ਨੇ ਸਾਧ ਸੰਗਤ ਤੋਂ ਬਿਨਾਂ ਇਹ ਜਿਹੜੀ ਸਾਡੀ ਦੇਹ ਹੈ ਮਿਰਤਕ, ਇੱਕ ਮੁਰਦਾ ਲਾਸ਼ ਦੇ ਬਰਾਬਰ ਹੀ ਹੈ। ਦੇਖ ਲਓ ਕਿੱਡੀ ਵੱਡੀ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ। ਜੇ ਅਸੀਂ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ, ਗੁਰੂ ਦੀ ਦੀਖਿਆ ਸਿੱਖਿਆ ਨੂੰ ਨਹੀਂ ਧਾਰਨ ਕਰਦੇ, ਸਾਡੀ ਇਹ ਦੇਹ ਮਿਰਤਕ ਮੁਰਦਾ ਲਾਸ਼ ਵਰਗੀ ਹੈ। ਇੱਕ ਥਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਹੋਰ ਵੀ ਬਚਨ ਆਏ ਨੇ। ਮਨੁੱਖ ਸੰਸਾਰਕ ਖੂਬੀਆਂ ਨੂੰ ਬਹੁਤ ਵੱਧ ਕੇ ਲੈਂਦਾ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਜੇ ਮਨੁੱਖ ਦੇ ਮਨ ਦੇ ਅੰਦਰ ਪ੍ਰਭੂ ਦਾ ਪਿਆਰ ਨਹੀਂ ਤੇ ਚਾਹੇ ਸੰਸਾਰਕ ਗੁਣ ਕਿੰਨੇ ਵੀ ਹਾਸਲ ਕਰ ਲਵੇ, ਪਰ ਇਹਦਾ ਸਰੀਰ ਇਹਦਾ ਜੀਵਨ ਮੁਰਦੇ ਵਰਗਾ ਹੀ ਹੈ। ਸਤਿਗੁਰੂ ਦੇ ਬਚਨ ਨੇ ਅਤ ਸੁੰਦਰ ਕੁਲੀਨ ਚਤਰ, ਮੁਖ ਗਿਆਨੀ ਧਨਵੰਤ। ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਚਾਹੇ ਕਿੰਨਾ ਖੂਬਸੂਰਤ ਹੋਵੇ, ਖੂਬਸੂਰਤੀ ਵੀ ਇੱਕ ਵੱਡਾ ਗੁਣ ਹੈ, ਇਹ ਵੀ ਇੱਕ ਕੁਦਰਤ ਦੀ ਦੇਣ ਹੁੰਦੀ ਹੈ। ਜੇ ਕੋਝਾ ਰੂਪ ਹੋਵੇ ਤੇ ਲੋਕੀ ਝਾਕਦੇ ਵੀ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ ਅਤ ਸੁੰਦਰ, ਬਹੁਤ ਸੁੰਦਰ ਹੋਣਾ ਇਹ ਵੀ ਇੱਕ ਰੱਬੀ ਦਾਤ ਹੈ। ਕੁਲੀਨ, ਫਿਰ ਚੰਗੇ ਖਾਨਦਾਨ ਵਿੱਚ ਜਨਮ ਹੋਣਾ ਇਹ ਵੀ ਇੱਕ ਵੱਡੀ ਗੱਲ ਹੈ, ਇਹ ਇੱਕ ਵੱਡੀ ਖੂਬੀ ਹੈ। ਅਤ ਸੁੰਦਰ ਕੁਲੀਨ ਚਤਰ, ਤੇ ਫਿਰ ਗੱਲਬਾਤ ਵਿੱਚ ਵੀ ਚਤਰ ਹੋਣਾ, ਢੰਗ ਦੇ ਨਾਲ ਗੱਲ ਕਰਨ ਦਾ ਵੱਲ ਹੋਣਾ ਇਹ ਵੀ ਇੱਕ ਵੱਡਾ ਗੁਣ ਹੈ। ਅਤ ਸੁੰਦਰ ਕੁਲੀਨ ਚਤਰ, ਮੁਖ ਗਿਆਨੀ ਧਨਵੰਤ, ਤੇ ਮੁਖੋਂ ਗਿਆਨ ਦੀਆਂ ਗੱਲਾਂ ਵੀ ਕਰਨੀਆਂ, ਕਿਉਂਕਿ ਹਰ ਇੱਕ ਨੂੰ ਗਿਆਨ ਦੀ ਗੱਲ ਵੀ ਨਹੀਂ ਕਰਨੀ ਆਉਂਦੀ। ਸਟੇਜ ਤੇ ਹਰ ਆਦਮੀ ਨਹੀਂ ਬੋਲ ਸਕਦਾ, ਇਹ ਵੀ ਇੱਕ ਵੱਡੀ ਗੱਲ ਸਮਝੀ ਜਾਂਦੀ ਹੈ। ਤੇ 5ਵੇਂ ਨੰਬਰ ਤੇ ਸਤਿਗੁਰੂ ਕਹਿੰਦੇ ਨੇ ਧਨਵਾਨ ਹੋਣਾ, ਮਾਇਆਧਾਰੀ ਹੋਣਾ, ਧਨਾੜ ਬਣ ਜਾਣਾ, ਇਹ ਵੀ ਸੰਸਾਰ ਦੇ ਵਿੱਚ ਬਹੁਤ ਵੱਡੀ ਗੱਲ ਸਮਝੀ ਜਾਂਦੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਪੂਰਬ ਉਕਤ ਸਾਰੀਆਂ ਖੂਬੀਆਂ ਜੇ ਮਨੁੱਖ ਦੇ ਕੋਲ ਹੈ ਵੀ ਨੇ, ਪਰ ਸਤਿਗੁਰੂ ਕਹਿੰਦੇ ਇਹ ਤਾਂ ਤੁੱਛ ਨੇ। ਜੇ ਪ੍ਰਭੂ ਦੀ ਪ੍ਰੀਤ ਨਹੀਂ ਹੈ, ਪ੍ਰਭੂ ਦਾ ਸੱਚਾ ਪਿਆਰ ਨਹੀਂ ਹੈ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਫਿਰ ਤੇ ਸਾਡਾ ਜੀਵਨ ਇੱਕ ਮੁਰਦਾ ਲਾਸ਼ ਦੇ ਸਮਾਨ ਹੀ ਹੈ। ਅਸੀਂ ਤੇ ਲਾਸ਼ਾਂ ਹੀ ਤੁਰੇ ਫਿਰਦੇ ਹਾਂ। ਇਸੇ ਲਈ ਹਜ਼ੂਰ ਕਹਿੰਦੇ ਨੇ ਮਿਰਤਕ ਦੇਹ ਸਾਧ ਸੰਗ ਬਿਹੁਨਾ, ਵੀ ਸਾਧ ਸੰਗ ਗੁਰੂ ਦੇ ਸੰਗਤ ਤੋਂ ਬਿਨਾਂ ਇਹ ਸਾਡੀ ਦੇਹ ਤੇ ਮੁਰਦਾ ਲਾਸ਼ ਹੈ। ਆਵਤ ਜਾਤ ਜੋਨੀ ਦੁਖਹੀਨਾ, ਇਹ ਮਨੁੱਖ ਗੁਰੂ ਤੋਂ ਬਿਨਾਂ ਜੂਨਾਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ ਤੇ ਦੁੱਖ ਭੋਗ ਕੇ ਖੀਨਾ ਦਾ ਅਰਥ ਹੈ ਨਾਸ ਹੋ ਜਾਂਦਾ ਹੈ। ਇਹੀ ਹੈ ਸਾਡੀ ਜ਼ਿੰਦਗੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਨੁੱਖ ਦੀ ਇਹ ਹਾਲਤ ਹੈ ਅਨਕ ਰਸਾ ਖਾਏ ਜੈਸੇ ਢੋਰ। ਇਹ ਅਨੇਕਾਂ ਤਰ੍ਹਾਂ ਦੇ ਰਸਾਂ ਨੂੰ ਖਾਂਦਾ ਹੈ। ਜੈਸੇ ਢੋਰ ਖਾਂਦਾ ਕਿਵੇਂ ਹੈ? ਜਿਵੇਂ ਢੋਰ ਦਾ ਅਰਥ ਹੈ ਕੋਈ ਪਸ਼ੂ ਹੁੰਦਾ, ਕਿਉਂਕਿ ਕਈ ਵਾਰੀ ਮਨੁੱਖ ਦੇ ਅੰਦਰ ਇੰਨਾ ਲਾਲਚ ਹੁੰਦਾ ਹੈ ਕੋਈ ਚੰਗਾ ਪਦਾਰਥ ਖਾਣ ਵਾਸਤੇ ਮਿਲ ਜਾਵੇ ਨਾ ਤੇ ਫਿਰ ਖਾਈ ਤੁਰਿਆ ਜਾਂਦਾ, ਦੇਖਦਾ ਨਹੀਂ ਵੀ ਹੁਣ ਮੇਰੀ ਸਿਹਤ ਨੂੰ ਇਹਦਾ ਕੋਈ ਮਾੜਾ ਅਸਰ ਵੀ ਹੋ ਸਕਦਾ ਹੈ, ਕੋਈ ਬਿਮਾਰੀ ਵੀ ਸੱਦਾ ਦੇ ਸਕਦੀ ਹੈ। ਪਰ ਜਦੋਂ ਇਸ ਨੂੰ ਕੁਝ ਖਾਣ ਲਈ ਮਿਲ ਜਾਵੇ ਨਾ ਤੇ ਫਿਰ ਪਸ਼ੂ ਵਾਂਗੂ ਖਾਂਦਾ, ਆਪਣੀ ਸਿਹਤ ਦਾ ਵੀ ਖਿਆਲ ਨਹੀਂ ਰੱਖਦਾ, ਆਪਣੀ ਬਿਮਾਰੀ ਦਾ ਵੀ ਖਿਆਲ ਨਹੀਂ ਰੱਖਦਾ। ਕਈ ਇਹੋ ਜਿਹੇ ਸੱਜਣ ਵੀ ਮਿਲ ਜਾਂਦੇ ਨੇ। ਰਸਾਂ ਕਸਾਂ ਨੂੰ ਛੱਡਣਾ ਬਹੁਤ ਔਖੀ ਗੱਲ ਹੈ। ਤੇ ਕਈ ਵਾਰੀ ਸ਼ੂਗਰ ਦੇ ਮਰੀਜ਼ ਨੂੰ ਡਾਕਟਰ ਕਹਿ ਦਿੰਦੇ ਨੇ ਮਿੱਠਾ ਨਾ ਖਾਵੀਂ, ਤੇ ਪਰ ਉਹ ਜਦੋਂ ਕਿਤੇ ਮੌਕਾ ਮਿਲਦਾ ਤੇ ਫਿਰ ਚੋਰੀ ਚਾਹੇ ਸਾਹਮਣੇ ਤੇ ਫਿਰ ਉਹ ਰੱਜ ਰੱਜ ਕੇ ਖਾਂਦੇ ਨੇ। ਕਹਿੰਦੇ ਚਲੋ ਕੋਈ ਗੱਲ ਨਹੀਂ, ਦਵਾਈ ਲੈ ਲਵਾਂਗੇ, ਜੋ ਹੋਣਾ ਰੱਬ ਦੇ ਭਾਣੇ ਜੀ ਹੋਣਾ। ਇਸ ਤਰ੍ਹਾਂ ਦਾ ਲੋਕ ਆਪਣੇ ਮਨ ਦੇ ਨਾਲ ਹੀ ਇਹ ਫੈਸਲਾ ਕਰ ਲੈਂਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ
ਵੀ ਜਿਹੜਾ ਗੁਰਸਿੱਖ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਖਾਣ ਵੇਲੇ ਵੀ ਸੰਜਮ ਤੋਂ ਕੰਮ ਲੈਣਾ ਚਾਹੀਦਾ। ਅਲਪ ਆਹਾਰ ਸਵਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬੋ ਹਵਾਇਬੋ ਤਿਰਗੁਣ ਅਤੀਤ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਮਨਮੁਖ ਹੈ ਅਨਕ ਰਸਾ ਖਾਏ, ਉਹ ਅਨੇਕਾਂ ਰਸਾਂ ਕਸਾਂ ਨੂੰ ਖਾਂਦਾ ਹੈ। ਕਹਿੰਦਾ ਜੋ ਮਰਜ਼ੀ ਲਿਆਈ ਜਾਓ, ਮੀਟ ਸ਼ਰਾਬ ਆਂਡੇ ਜੋ ਮਰਜ਼ੀ ਲਿਆਈ ਜਾਓ, ਪਰ ਬਸ ਪਸ਼ੂ ਵਾਂਗੂ ਖਾਈ ਤੁਰਿਆ ਜਾਂਦਾ ਹੈ। ਮੋਹ ਕੀ ਜੇਵਰੀ ਬਾਧਿਓ ਚੋਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਚੋਰ ਹੈ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਚੋਰ ਦੀ ਇਹ ਨਿਸ਼ਾਨੀ ਲਿਖੀ ਹੈ, ਤੇ ਤਸਕਰ ਜੋ ਨਾਮ ਨਾ ਲੇਵੈ ਵਾਸਹਿ ਕੋਟ ਪਚਾਸਾ। ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਨਾ ਲੈਂਦਾ ਉਹ ਰੱਬ ਦਾ ਚੋਰ ਹੈ। ਅਸੀਂ ਜੇ ਨਾਮ ਨਹੀਂ ਨਾ ਜਪਦੇ ਅਸੀਂ ਚੋਰ ਹਾਂ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਕਿੰਨੇ ਸੁੱਖ ਦਿੱਤੇ ਨੇ। ਕਦੇ ਥੋੜ੍ਹਾ ਜਿਹਾ ਵਿਚਾਰ ਕੇ ਦੇਖਣ ਦੀ ਲੋੜ ਹੈ। ਆ ਜਿੰਨੇ ਦੁਨੀਆ ਦੇ ਸੁੱਖ ਨੇ ਇਹ ਸਾਰੇ ਪਰਮੇਸ਼ਰ ਨੇ ਸਾਨੂੰ ਦਿੱਤੇ ਨੇ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। ਅਸੀਂ ਇੰਨੇ ਸੁੱਖ ਇੰਨੇ ਪਦਾਰਥ ਵਾਹਿਗੁਰੂ ਪਰਮੇਸ਼ਰ ਤੋਂ ਲੈ ਕੇ ਤੇ ਅਸੀਂ ਫਿਰ ਵੀ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਹੁਣ ਦਾਤਾਂ ਤੇ ਵਾਹਿਗੁਰੂ ਦੀਆਂ ਨੇ, ਕਬਜ਼ਾ ਅਸੀਂ ਇਹਨਾਂ ਉੱਤੇ ਕੀਤਾ ਹੋਇਆ ਵੀ ਇਹ ਸਾਡੀਆਂ ਨੇ। ਤੇ ਹੁਣ ਜਿਹੜਾ ਕਿਸੇ ਦੀ ਵਸਤੂ ਉੱਤੇ ਕਬਜ਼ਾ ਕਰੇ ਫਿਰ ਉਹ ਚੋਰ ਹੀ ਹੈ। ਉਹਨੂੰ ਆਪਾਂ ਹੋਰ ਕੀ ਉਪਾਧੀ ਦੇਵਾਂਗੇ। ਅਸੀਂ ਰੱਬ ਦੇ ਦਿੱਤੇ ਹੋਏ ਸਾਰੇ ਪਦਾਰਥਾਂ ਨੂੰ ਆਪਣਾ ਮੰਨੀ ਬੈਠੇ ਹਾਂ, ਅਸਲੀ ਰੱਬ ਦਾ ਨਾਂ ਨਹੀਂ ਲੈਂਦੇ ਤੇ ਅਸੀਂ ਰੱਬ ਦੇ ਚੋਰ ਹਾਂ। ਹਜ਼ੂਰ ਕਹਿੰਦੇ ਨੇ ਮੋਹ ਕੀ ਜੇਵਰੀ ਬਾਂਧਿਓ ਚੋਰ। ਇਹ ਜਿਹੜਾ ਚੋਰ ਹੈ, ਰੱਬ ਦਾ ਨਾਮ ਨਾ ਲੈਣ ਵਾਲਾ ਮਨੁੱਖ ਰੱਬ ਦਾ ਚੋਰ ਹੈ। ਇਹ ਮਾਇਆ ਦੇ ਮੋਹ ਦੀ ਜੇਵੜੀ ਦਾ ਅਰਥ ਹੈ ਰੱਸੀ। ਮਾਇਆ ਦੇ ਮੋਹ ਦੀ ਜੇਵੜੀ ਰੱਸੀ ਦੇ ਨਾਲ ਬੰਨਿਆ ਹੋਇਆ ਹੈ। ਨਿਰਤਕ ਦੇਹ ਸਾਧ ਸੰਗ ਵਿਹੂਨਾ, ਆਵਤ ਜਾਤ ਜੋਨੀ ਦੁਖ ਖੀਨਾ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਮਨੁੱਖ ਸਾਧ ਸੰਗਤ ਵਿੱਚ ਨਹੀਂ ਆਉਂਦਾ, ਗੁਰੂ ਦੇ ਨਾਲ ਆ ਕੇ ਨਹੀਂ ਮਿਲਾਪ ਕਰਦਾ, ਇਹਦੀ ਦੇਹ ਮੁਰਦਾ ਲਾਸ਼ ਹੈ। ਇਹ ਹਮੇਸ਼ਾ ਲਈ ਹੋਰ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਤੇ ਦੁੱਖ ਭੋਗ ਕੇ ਖੀਨਾ ਨਾਸ ਹੋ ਜਾਂਦਾ ਹੈ। ਕਨਕ ਬਸਤਰ ਸੁੰਦਰ ਪਹਿਰਾਇਆ। ਹੁਣ ਰਹਾਉ ਵਿਸਰਾਮ ਦੇ ਕੇ ਸਤਿਗੁਰੂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਕੋਈ ਮਨੁੱਖ ਬਹੁਤੇ ਸੋਹਣੇ ਕੱਪੜੇ ਪਾ ਲਵੇ, ਸੋਹਣਾ ਹਾਰ ਸ਼ਿੰਗਾਰ ਕਰ ਲਵੇ ਤੇ ਫਿਰ ਕੀ ਉਹ ਤੇ ਕੁਛ ਪ੍ਰਵਾਨ ਹੋ ਹੀ ਸਕਦਾ ਹੈ ਨਾ। ਤਾਂ ਸਤਿਗੁਰੂ ਕਹਿੰਦੇ ਨੇ ਧਿਆਨ ਦੇ ਨਾਲ ਸੁਣਨ ਵਾਲੇ ਬਚਨ ਨੇ ਵੀ ਅਨਕ ਬਸਤਰ ਸੁੰਦਰ ਪਹਿਰਾਇਆ। ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਚਾਹੇ ਅਨੇਕਾਂ ਪ੍ਰਕਾਰ ਦੇ ਸੁੰਦਰ ਬਸਤਰ ਵੀ ਪਹਿਨ ਲਵੇ, ਚਾਹੇ ਕਿੰਨੇ ਸੋਹਣੇ ਕੱਪੜੇ ਵੀ ਪਾ ਲਵੇ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਉਹਦੀ ਹਾਲਤ ਉਸ ਡਰਨੇ ਵਰਗੀ ਹੈ। ਪੁਰਾਣੇ ਸਮੇਂ ਦੇ ਵਿੱਚ ਬਈ ਜਦੋਂ ਕੋਈ ਜ਼ਿਮੀਂਦਾਰ ਖੇਤ ਵਿੱਚ ਫਸਲ ਬੀਜਦਾ ਸੀ ਨਾ, ਤੇ ਕਈ ਵਾਰੀ ਉਹ ਰਾਤ ਨੂੰ ਜਾਂ ਦਿਨੇ ਵੀ ਪਸ਼ੂ ਉਹਨੂੰ ਖਾਣ ਵਾਸਤੇ ਆ ਜਾਂਦੇ ਤੇ ਫਿਰ ਉਹ ਇੱਕ ਨਕਲੀ ਜਿਹਾ ਕੋਈ ਮਨੁੱਖ ਬਣਾ ਕੇ ਤੇ ਇੱਕ ਉਹਨੂੰ ਡਰਨਾ ਕਹਿੰਦੇ ਸਨ, ਖੇਤ ਵਿੱਚ ਖੜਾ ਕਰ ਦਿੰਦੇ ਸਨ ਤੇ ਫਿਰ ਕੋਈ ਪਸ਼ੂ ਡਰਦਾ ਰਾਤ ਨੂੰ ਖੇਤ ਵਿੱਚ ਨਹੀਂ ਸੀ ਵੜਦਾ। ਸਤਿਗੁਰੂ ਕਹਿੰਦੇ ਨੇ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੋਹਣੇ ਕੱਪੜੇ ਵੀ ਪਾਉਂਦਾ ਹੈ ਤੇ ਉਹਦੀ ਹਾਲਤ ਇਸ ਤਰ੍ਹਾਂ ਹੀ ਹੈ ਜਿਵੇਂ ਡਰਨੇ ਦੀ ਹਾਲਤ ਹੁੰਦੀ। ਜਿਉਂ ਡਰਨਾ ਖੇਤ ਮਾਹੇ ਡਰਾਇਆ, ਜਿਵੇਂ ਉਹ ਡਰਨਾ ਖੇਤ ਵਿੱਚ ਹੋਰਾਂ ਨੂੰ ਡਰਾਉਂਦਾ ਹੈ, ਇਸੇ ਤਰ੍ਹਾਂ ਸੋਹਣੇ ਕੱਪੜੇ ਪਾ ਕੇ ਮਨੁੱਖ ਵੀ ਹੋਰਾਂ ਨੂੰ ਡਰਾਉਂਦਾ ਹੈ, ਡਰਨੇ ਵਰਗਾ ਉਹਦਾ ਪ੍ਰਭਾਵ ਹੁੰਦਾ ਹੈ। ਸਗਲ ਸਰੀਰ ਆਵਤ ਸਭ ਕਾਮ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੋਰ ਕਹਿੰਦੇ ਨੇ ਵੀ ਵੇਖ ਲਓ ਜਿੰਨੇ ਵੀ ਹੋਰ ਪਸ਼ੂਆਂ ਦੇ ਸਰੀਰ ਨੇ ਉਹ ਕਿਸੇ ਨਾ ਕਿਸੇ ਕੰਮ ਆਉਂਦੇ ਨੇ। ਉਹਨਾਂ ਦੇ ਚਮੜੇ ਦੇ ਵੀ ਜੋੜੇ ਬਣ ਜਾਂਦੇ ਨੇ, ਹੋਰ ਸਾਜੋ ਸਾਮਾਨ ਬਣਦਾ ਹੈ, ਹੱਡ ਵੀ ਖਾਦਾਂ ਵਿੱਚ ਪੈ ਜਾਂਦੇ ਨੇ, ਚਰਬੀ ਵੀ ਕੰਮ ਆ ਜਾਂਦੀ। ਜਿੰਨੇ ਹੋਰ ਸਰੀਰ ਨੇ ਸਾਰੇ ਕਿਸੇ ਨਾ ਕਿਸੇ ਕੰਮ ਆਉਂਦੇ ਹਨ। ਨਿਹਫਲ ਮਨੁੱਖ ਜਪੈ ਨਹੀਂ ਨਾਮ। ਲੋ ਹਜ਼ੂਰ ਕਹਿੰਦੇ ਨੇ ਜੇ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦਾ ਵੀ ਇਹਦਾ ਸਰੀਰ ਨਿਸਫਲ ਹੈ, ਕਿਸੇ ਕੰਮ ਨਹੀਂ ਆਉਣ ਵਾਲਾ। ਕਹੋ ਨਾਨਕ ਜਾ ਕੋ ਭੈ ਦਇਆਲਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਿਆਲ ਹੋਏ ਹਨ, ਸਾਧ ਸੰਗ
ਸੰਗ ਮਿਲ ਭਜੇ ਗੋਪਾਲਾ। ਉਹ ਗੁਰਮੁਖ ਪਿਆਰੇ ਭਾਈ ਸਾਧ ਸੰਗਤ ਦੇ ਨਾਲ ਮਿਲ ਕੇ ਭਜਹਿ ਗੋਪਾਲਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦੇ ਨੇ, ਸਿਮਰਨ ਕਰਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਹੈ, ਜੇ ਸੁਣ ਕੇ ਮਨ ਦੇ ਵਿੱਚ ਵਸਾ ਲਈਏ ਤਾਂ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਹੋ ਨਾਨਕ ਜਾ ਕੋ ਭਇਆ ਦਇਆਲਾ, ਸਾਧ ਸੰਗ ਮਿਲ ਭਜੇ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।